नमस्कार, मैं प्रिया तिवारी आपका स्वागत करती हूँ जन उदय में। आज हम आए हैं रकाबगंज के गुरुद्वारे में। आइए बात करते हैं स्वयं सिंह ब्राट जी से। नमस्कार सर। नमस्कार मैम। गुरुपर्व के लिए जो आमतौर पे जो कीर्तन दरबार करता है, जैसे रात को दिन में अभी प्रोग्राम चलेंगे, दिन में पूरा दिन कीर्तन होना है, जो संगत आएंगी उनके लिए मेन कोविड के लिए और जगह खुली के रखने के लिए कि दूर दूर पे बैठे संगत उनके लिए खास प्रबंध करके जो हमेशा के लिए आता है, हर साल होता है गुरुपर्व के लिए वही प्रोग्राम। सर से कोविड चल रहा है अभी, और इसमें क्या क्या तैयारियां की हैं कोविड के साथ देखते हुए? सोशल डिस्टेंस का थोड़ा ध्यान रखा गया, बाकी जो सैनिटाइजर है वो जगह जगह सेवादार खड़े करेंगे, वो उस तरह सैनिटाइजर वगैरह यूज़ करवाएंगे। बाकी गुरु घर का तो गुरु तेग बहादुर साहब आप जानी जाना, वो उनकी बख्शिश ज़रूरी है जी। सर पिछले 1.5 महीने से पूरी दिल्ली में किसान बैठे हुए हैं बॉर्डर्स पे, उनके बारे में बताइए। बिल्कुल जी, बड़े इस गल ते आप जी दुख की गल है कि 1.5 महीना साडा वो किसान जी अन्नदाता जिहड़ा साडा पेट पालन करता, जिस दे करके पूरी GDP गिर गई सी। ਇੱਕੋ ਸਾਡੇ ਕੋਲ ਕਿਸਾਨੀ ਦਾ ਮੁੱਦਾ ਸੀ ਜਿੱਥੇ ਅਸੀਂ ਜਿੰਦਾ ਸੀ। ਅੱਜ ਸਾਡੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਮੋਦੀ ਜੀ ਦੇ ਖਾਸ ਕਰਕੇ ਉਹਨਾਂ ਨੇ ਸੈਂਟਰ ਨੇ ਇੱਕ ਐਸਾ ਪਲਾਨ ਬਣਾਇਆ ਪਹਿਲੇ ਤੋਂ ਹੀ ਅਡਾਨੀ ਅੰਬਾਨੀ ਨੂੰ ਅਮੀਰ ਕਰਨ ਦੇ ਲਈ, ਹੋਰ ਅਮੀਰ ਕਰਨ ਦੇ ਲਈ, ਕਿਉਂਕਿ ਸੈਂਟਰ ਦੇ ਵਿੱਚ ਸਰਕਾਰਾਂ ਬਣਾਉਣ ਲਈ ਉਹਨਾਂ ਫੰਡਿੰਗ ਉੱਥੋਂ ਆਉਂਦੀ ਸੀ। ਅਡਾਨੀ ਅੰਬਾਨੀ ਨੂੰ ਉਹਦਾ ਬਹੁਤ ਵੱਡਾ ਇੱਕ ਉਦਾਹਰਨ ਹੈ ਕਿ ਜਿਹੜੇ ਸ਼ੈੱਡ ਸੀ ਵੱਡੇ ਵੱਡੇ ਉਹਨਾਂ ਦੇ ਗੋਡਾਊਨ ਸੀ, ਉਹ ਜਿਹਨੇ ਪੈਕਿੰਗ ਬਣਾਉਣੀ ਹੁੰਦੀ ਆਪਣਾ ਲਿਫਾਫਿਆਂ ਦੇ ਵਿੱਚ ਪੈਕਿੰਗ ਹੁੰਦੀ ਸਮਾਨ ਕੱਟਿਆਂ ਦੇ ਵਿੱਚ, ਉਹ ਪਹਿਲੇ ਤੋਂ ਬਣ ਚੁੱਕੀ ਹੈ ਅਤੇ ਬਿੱਲ ਬਾਅਦ ਚੋਂ ਪਾਸ ਹੋ ਰਿਹਾ। ਅੱਜ ਉਹ ਕਿਸਾਨਾਂ ਦੀ ਨਹੀਂ ਇਸ ਕਰਕੇ ਨਹੀਂ ਸੁਣ ਰਹੇ ਕਿਉਂਕਿ ਉਹਨਾਂ ਨੂੰ ਉੱਪਰੋਂ ਫੰਡਿੰਗ ਇੰਨੀ ਹੋ ਚੁੱਕੀ ਹੈ ਕਿ ਉਹਨਾਂ ਦੇ ਅਸਤੀਫੇ ਤੱਕ ਵੀ ਉਹਨਾਂ ਦੇ ਅਡਾਨੀ ਅੰਬਾਨੀ ਕੋਲੇ ਪਏ ਨੇ, ਜੋ ਬੋਲਦੇ ਨਹੀਂ ਤਾਂ ਅਡਾਨੀ ਅੰਬਾਨੀ ਦਾ ਅਸਤੀਫਾ ਮਨਜ਼ੂਰ ਹੋ ਜਾਏਗਾ। ਇਸ ਕਰਕੇ ਸਰਕਾਰਾਂ ਦੀ ਬਹੁਤ ਇੱਕ ਫਸਿਆ ਹੋਇਆ ਪੇਚ ਹੈ, ਅਤੇ ਕਿਸਾਨਾਂ ਦਾ ਤਾਂ ਮੁੱਦਾ ਹੀ ਕੋਈ ਖਾਸ ਨਹੀਂ ਹੈ। ਕਿਸਾਨ ਕੁਛ ਮੰਗ ਨਹੀਂ ਰਹੇ, ਜਿਹੜਾ ਮੋਦੀ ਸਾਹਿਬ ਕੋਲ ਦੇਣ ਨੂੰ ਹੈ ਨਹੀਂ, ਉਹ ਤਾਂ ਜ਼ਬਰਦਸਤੀ ਉਹਨੂੰ ਕਹਿੰਦੇ ਵੀ ਤੈਨੂੰ ਪੇਟ ਤੇਰਾ ਭਰਿਆ ਹੋਇਆ, ਤੈਨੂੰ ਰੋਟੀ ਖਾਣੀ ਹੀ ਪਏਗੀ। ਉਹ ਕਹਿੰਦੇ ਨਹੀਂ ਖਾਣੀ, ਵੀ ਤੇਰਾ ਤਾਂ ਪੈਸਾ ਬਚ ਰਿਹਾ ਰੋਟੀ ਖਾਣ ਵਾਸਤੇ, ਅਨਾਜ ਬਣਾਉਣ ਵਾਸਤੇ, ਰੋਟੀ ਖਵਾਉਣ ਵਾਸਤੇ ਤੈਨੂੰ ਪੈਸਾ ਲੱਗੂਗਾ। ਅਤੇ ਮੋਦੀ ਸਾਹਿਬ ਦੀ ਕੋਈ ਖਾਸ ਡਿਮਾਂਡ ਤਾਂ ਕਿਸਾਨਾਂ ਦੀ ਹੈ ਨਹੀਂ। ਉਹ ਤਾਂ ਜੇ ਨਹੀਂ ਖਾਣਾ ਚਾਹੁੰਦੇ ਨਾ ਖਾਓ, ਕਿਸਾਨੀ ਮੁੱਦਾ ਕੈਂਸਲ ਕਰਨਾ ਚਾਹੁੰਦੇ ਕਰਵਾ ਦਿਓ। ਅਤੇ ਇਹਦੇ ਵਿੱਚ ਨਾਮ ਕੈਂਸਲ ਕਰਨ ਦੇ ਵਿੱਚ ਖਾਸ ਕਰਕੇ ਇਹੀ ਉੱਥੋਂ ਪਤਾ ਲੱਗਦਾ ਹੈ ਕਿ ਉਹਨਾਂ ਨੇ ਦਬਾਅ ਦੇ ਵਿੱਚ ਅਡਾਨੀ ਅੰਬਾਨੀ ਦੇ ਅੱਗੇ ਵਿਕ ਚੁੱਕੇ ਨੇ ਸਰਕਾਰਾਂ ਦਾ। ਇਸ ਕਰਕੇ ਕਿਸਾਨਾਂ ਦਾ ਬੁਰਾ ਹਾਲ, ਪਰ ਕਿਸਾਨ ਇਸ ਕਰਕੇ ਉੱਥੇ ਕਰੋਨਾ ਤੋਂ ਵੀ ਬਚੇ ਹੋਏ ਨੇ ਕਿਉਂਕਿ ਉਹ ਸਮਰਥ ਨੇ, ਪੰਜਾਬ ਦੇ ਹੋਰ ਹਰਿਆਣਾ ਦੇ UP ਦੇ ਸਾਰੇ, ਕਿਉਂਕਿ ਉਹਨਾਂ ਖੇਤਾਂ ਦੇ ਵਿੱਚ ਕੰਮ ਕਰਨ ਦਾ ਉਹਨਾਂ ਨੂੰ ਪਹਿਲੇ ਤੋਂ ਤਜਰਬਾ ਹੈ। ਉਹ ਹਰ ਸਰੀਰਕ ਤੌਰ 'ਤੇ ਹਾਰਡ ਨੇ, ਏਸੀਆਂ ਦੇ ਵਿੱਚ ਬੈਠੇ ਨਹੀਂ ਹੈ ਕਿ ਉਹਨਾਂ ਨੂੰ ਏਸੀ ਠੰਡ ਨਹੀਂ ਲੱਗੂਗੀ, ਪਾਣੀ ਦੇ ਵਿੱਚ ਤਰੇਲਾਂ ਦੇ ਵਿੱਚ ਕਣਕਾਂ ਨੂੰ ਪਾਣੀ ਲਾਉਂਦੇ ਉਹ ਕਿਸਾਨ ਨੇ। ਇਸ ਕਰਕੇ ਉਹ ਠੰਡ ਕੱਢ ਗਏ। ਜੇ ਕਿਤੇ ਮਤਲਬ ਦਿੱਲੀ ਵਾਲੇ ਸਾਡੇ ਕਹਿ ਦਈਏ, ਜੇ ਕਿਤੇ ਇਹਨਾਂ ਨੂੰ ਇੰਨੇ ਦਿਨ ਕੱਢਣੇ ਪੈਂਦੇ, ਇਹ 70 ਨਹੀਂ ਇਹ 7000 ਮਰਿਆ ਹੁੰਦਾ ਉਹਨੂੰ। ਇੰਨਾ ਫਰਕ ਹੁੰਦਾ ਇਹਨਾਂ ਦੇ ਵਿੱਚ ਮੌਤਾਂ ਦਾ ਵੀ। ਅਤੇ ਮੋਦੀ ਸਾਹਿਬ ਨੂੰ ਅਜੇ ਇੰਨੀਆਂ ਡਿੱਥਾਂ ਦੇ ਉੱਤੇ ਵੀ ਨਹੀਂ ਸਮਝਣਾ ਚਾਹੀਦਾ ਕਿ ਇਸ ਹਾਲਾਤ ਦੇ ਵਿੱਚ ਅਸੀਂ ਸਮਝਦੇ ਹੋਏ ਕੈਂਸਲ ਕਰ ਦੇਣ। ਜੇ ਕਾਨੂੰਨ ਬਣਾਉਣਾ ਚਾਹੁੰਦੇ ਨੇ ਤਾਂ ਕਿਸਾਨ ਯੂਨੀਅਨ ਵਾਲੇ ਬੰਦੇ ਰੱਖ ਕੇ ਨਾਲ ਦੁਬਾਰਾ ਉਸ ਤਰੀਕੇ ਨਾਲ ਉਹਨੂੰ ਕਰਕੇ ਪੂਰਾ ਜੋ ਕਾਨੂੰਨ ਦੇ ਦਾਇਰੇ 'ਚ ਹੈ, ਐਮਰਜੈਂਸੀ ਵਾਲਾ ਹਾਲਾਤ ਪੈਦਾ ਨਾ ਕਰਕੇ ਕਰਨਾ ਚਾਹੀਦਾ। ਮੇਰੇ ਹਿਸਾਬ 'ਤੇ ਇਹ ਕਰਨਾ ਚਾਹੀਦਾ। ਬਾਕੀ ਉਹਨਾਂ ਦਾ ਕੋਈ ਅਸਰ ਨਹੀਂ ਹੈ। ਅਤੇ ਕਿਸਾਨ ਵੀ ਉਹ ਨੇ ਜਿਨ੍ਹਾਂ ਦੇ ਵਿੱਚ ਉਸ ਸੰਘਰਸ਼ ਦੇ ਵਿੱਚ ਦਾਦਾ ਵੀ ਬੈਠਾ ਹੈ, ਪੋਤਾ ਵੀ ਬੈਠਾ ਹੈ, ਚਾਚਾ ਵੀ ਬੈਠਾ ਹੈ, ਤਾਊ ਵੀ ਬੈਠਾ ਹੈ, ਜੋ ਇਹਨਾਂ ਦੀ ਨੀਤੀਆਂ ਕਿ ਸ਼ਾਇਦ ਛੱਡ ਕੇ ਭੱਜ ਜਾਣਗੇ। ਭੱਜਣ ਵਾਲਾ ਕੰਮ ਕੋਈ ਨਹੀਂ। ਦਾਦੇ ਨੂੰ ਛੱਡ ਕੇ ਪੋਤਾ ਨਹੀਂ ਭੱਜੇਗਾ, ਅਤੇ ਚਾਚੇ ਨੂੰ ਛੱਡ ਕੇ ਤਾਏ ਨੂੰ ਛੱਡ ਕੇ ਭਤੀਜਾ ਨਹੀਂ ਭੱਜੇਗਾ। ਕੋਈ ਨਹੀਂ ਭੱਜਣ ਵਾਲਾ ਇਹਨਾਂ 'ਚੋਂ। ਇਹ ਕਿਰਾਏ ਦੇ ਨਹੀਂ ਹੈ, ਮੇਰੇ ਰੈਲੀਆਂ ਦੇ ਵਿੱਚ ਲਿਆ ਕੇ ਕਿਰਾਏ ਦੇ ਲਿਆਉਂਦੇ ਨੇ, ਕਿਰਾਏ ਦੇ ਨਹੀਂ ਹੈ। ਜੋ ਉਗਰਵਾਦੀ ਵੱਖਵਾਦੀ ਟਾਈਪ ਦੇ ਸਾਨੂੰ ਕਹਿ ਰਹੇ ਨੇ, ਉਹ ਅੱਜ ਤੋਂ ਤਕਰੀਬਨ 3 ਕੁ ਮਹੀਨੇ ਪਹਿਲੇ ਦੀ ਗੱਲ ਹੈ, ਬਸ 3 ਕੁ ਮਹੀਨੇ ਪਹਿਲੇ ਦੀ ਗੱਲ ਹੈ। ਇਹੀ ਮੋਦੀ ਸਾਹਿਬ ਨੇ ਕਿਹਾ ਸੀ ਕਿ ਖਾਲਸਾ ਏਡ ਵਾਲੇ ਜਾਂ ਹੋਰ ਜਿਹੜੀ ਕਮੇਟੀਆਂ ਸੀ ਉਹਨਾਂ ਨੇ ਕਿ ਵੀ ਦੇਸ਼ ਨੂੰ ਬਚਾ ਲਿਆ ਸਿੱਖਾਂ ਨੇ। ਅੱਜ ਉਹੀ ਜੋ ਗੁਰੂ ਦਾ ਲੰਗਰ ਬਾਰਡਰ ਦੇ ਉੱਤੇ ਵਰਤ ਰਿਹਾ ਅਤੇ ਉੱਥੇ ਫੰਡਿੰਗ ਦਾ ਮੁੱਦਾ ਆ ਰਿਹਾ। ਫੰਡਿੰਗ ਕਿੱਥੋਂ ਆ ਰਹੀ ਹੈ? ਅੱਜ ਉਹੀ ਉਗਰਵਾਦੀ ਵੱਖਵਾਦੀ ਹੋ ਗਏ ਨੇ। ਇਹ ਸਾਰੇ ਹਾਲਾਤਾਂ ਨੂੰ ਵੇਖਦਾ ਕਿਸੇ ਵੀ ਤਰੀਕੇ ਇਸ ਨੂੰ ਸੰਘਰਸ਼ ਨੂੰ ਫੇਲ ਕਰਨ ਦੇ ਨੀਤੀਆਂ ਨੇ, ਚਾਹੇ ਹੱਥਕੰਡੇ ਕੋਈ ਵੀ ਹੋਣ, ਸੁਪਰੀਮ ਕੋਰਟ ਨੂੰ ਯੂਜ਼ ਕਰਨ, ਚਾਹੇ ਸੁਪਰੀਮ ਕੋਰਟ ਤੋਂ ਬਣਾ ਕੇ, ਚਾਹੇ ਕੋਈ ਕਿਸੇ 26 ਜਨਵਰੀ ਦਾ ਚੱਕਰ ਹੁਣ ਪਿਆ। ਇਸ ਕਰਕੇ ਸੰਘਰਸ਼ ਆਪਣੀ ਜਗ੍ਹਾ 'ਤੇ ਕਿਸਾਨ ਬਿਲਕੁਲ ਅੜਿੱਲ ਨੇ।
ਔਰ ਉਹਨਾਂ ਦੀ ਕੋਈ ਮੰਗ ਵੀ ਨਹੀਂ ਹੈ ਕਿ ਕੋਈ ਸਰਕਾਰ ਤੋਂ ਮੰਗ ਰਹੇ ਹੋਣ। ਉਹ ਸਿਰਫ ਇਹ ਕਹਿ ਰਹੇ ਨੇ ਕਿ ਤੂੰ ਕਾਨੂੰਨ ਕੈਂਸਲ ਕਰ ਦੇ ਬਸ। ਜੇ ਮੰਗ ਰਿਹਾ ਹੋਵੇ ਫਿਰ ਬੰਦੇ ਕੋਲ ਸ਼ਾਇਦ ਇਹਨੂੰ ਕੁਝ ਨਾ ਹੋਵੇ, ਪਰ ਜਿਹੜਾ ਵਾਪਸ ਕਰਨਾ ਉਹ ਤਾਂ ਉਹਦੇ ਕੋਈ ਮੇਰੇ ਹਿਸਾਬ 'ਚ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਮੋਦੀ ਸਾਹਿਬ ਨੂੰ ਸਮਝਣਾ ਚਾਹੀਦਾ ਹੈ, ਜਿਹੜਾ ਉਹਨਾਂ ਦਾ ਆਪਣਾ ਇੱਕ ਅੜੀ ਵਾਲਾ ਰਵੱਈਆ ਹੈ ਉਹਨੂੰ ਚੇਂਜ ਕਰਕੇ ਜਨਤਾ ਨੇ ਉਹਨਾਂ ਨੂੰ ਬਣਾਇਆ, ਜਨਤਾ ਨੇ ਚੁਣਿਆ, ਕਿਉਂਕਿ ਅਸੀਂ ਵੀ ਉਹ 'ਚ ਬਾਹਰ ਨਹੀਂ ਸੀ, ਅਸੀਂ ਵੀ ਉਹਦੇ ਉਹਨਾਂ ਨੂੰ ਬਣਾਉਣ ਦੇ ਵਿੱਚ ਸੰਘਰਸ਼ ਦੇ ਵਿੱਚ ਸ਼ਾਮਲ ਹੈ। ਬਟ ਅੱਜ ਥੋੜ੍ਹਾ ਜਿਹਾ ਦੁੱਖ ਹੁੰਦਾ ਕਿ ਇਸ ਤਰ੍ਹਾਂ ਦੇ ਅੜੀ ਵਾਲੇ ਰਵੱਈਏ ਕਰਕੇ ਲੋਕਾਂ ਦੇ ਵਿੱਚ ਸਾਨੂੰ ਪ੍ਰਚਾਰ 'ਚ ਵੀ ਜਾਣਾ ਪੈਂਦਾ ਸੀ, ਅਸੀਂ ਵੀ ਗਏ ਸੀ, ਪਰ ਅੱਜ ਸਾਨੂੰ ਦੁੱਖ ਹੋ ਰਿਹਾ। ਬਹੁਤ ਜ਼ਿਆਦਾ ਦੁੱਖ ਦਾ ਕਾਰਨ ਹੈ ਜਿਹੜਾ 1.5 ਮਹੀਨੇ ਤੋਂ ਕਿਸਾਨ ਵਿਚਾਰੇ ਆਪਣੇ ਧਰਨਿਆਂ ਦੇ ਉੱਤੇ ਆ ਕੇ ਪਹਿਲੇ ਉਹਨਾਂ ਡਾਂਗਾਂ ਪਈਆਂ, ਪਾਣੀ ਦੀਆਂ ਵਿਛਾੜਾਂ, ਹੱਥ ਗੋਲੇ, ਕੀ ਕਿਸਾਨ ਹੈ ਇਹ ਗੁਰਵਾਦੀ ਵੱਖਵਾਦੀ ਕਿੱਥੋਂ ਆਏ ਨੇ? ਇਹਨਾਂ ਦੀ ਰਜਿਸਟਰੀਆਂ ਚੈੱਕ ਕਰ ਲਓ, ਇਹਨਾਂ ਦੀ ਜ਼ਮੀਨਾਂ ਚੈੱਕ ਕਰ ਲਓ, ਇਹਨਾਂ ਦਾ ਸਰਵੇ ਕਰਵਾ ਲਓ ਤੁਸੀਂ ਕੌਣ ਹੈ ਉਗਰਵਾਦੀ ਹੈ ਤਾਂ। ਬਟ ਇਸ ਤਰ੍ਹਾਂ ਦੇ ਕਿਸੇ ਨਾਮ ਦੇ ਦੇਣੇ ਕਿ ਉਹਨੂੰ ਆਪਾਂ फाड़ने वास्ते, ये बहुत गलत है जी। सर जैसे कि अभी बीजेपी सरकार ने कहा है कि आप सरकार यहाँ पे सिर्फ भड़काने के लिए लोगों को बैठा रखी हो, ये किसान नहीं है, इस पे आपका क्या कहना है? मैम जी इस तरह है कि ਜਿਹੜੀ ਸਰਕਾਰ ਇਹ ਗੱਲ ਕਹਿ ਰਹੀ ਹੈ ਨਾ, ਇਹ ਹੁਣ ਇਹ ਗੱਲ ਹੋ ਰਹੀ ਸੀ ਕਿ ਇਹਨਾਂ ਨੂੰ ਚੈੱਕ ਕਰ ਲਓ ਨਾ ਤੁਸੀਂ, ਜਿਹੜੇ ਆਪਣੇ ਟਰੈਕਟਰ ਲੈ ਕੇ ਆ ਕੇ ਬੈਠੇ ਨੇ ਇੱਥੇ 20-25 ਲੱਖ ਰੁਪਇਆ ਖਰਚ ਕਰਕੇ ਤੇ ਟਰੈਕਟਰਾਂ 'ਤੇ ਆਏ ਬੈਠੇ ਨੇ ਇੱਥੇ, ਇਹ ਕਿਸਾਨ ਕਿਉਂ ਨਹੀਂ ਹੈਗੇ? ਕੀ ਕਿਰਾਏ 'ਤੇ ਕੋਈ ਬੰਦਾ ਇੰਨਾ ਆ ਸਕਦਾ? ਜਿਹੜਾ ਵੀ ਇੱਥੇ ਆ ਕੇ ਬੈਠਾ ਨਾ ਆਪਣੇ ਘਰਾਂ ਦੇ ਵਿੱਚ ਗੱਡੀਆਂ ਜਿਹੜੀਆਂ ਅੱਜ ਖੜੀਆਂ ਨਾ ਮੈਮ ਜੀ ਦੇਖੋ, ਤੇ 80 ਲੱਖ ਦੀ ਇੱਕ ਗੱਡੀ ਹੈ ਜਿਹੜੀ ਉਹਨਾਂ ਦੇ ਘਰਾਂ 'ਚ ਖੜੀ ਹੈ ਨਾ ਕਿਸਾਨਾਂ ਦੇ 'ਚ 5 6 ਟਰੈਕਟਰ ਖੜੇ ਨੇ, ਔਰ ਉਹ ਟਰੈਕਟਰ ਟਰਾਲੀਆਂ ਲੈ ਕੇ ਆਪ ਇੱਥੇ ਆ ਕੇ ਬੈਠੇ ਨੇ। ਇਹ ਹੀ ਕਹਿ ਦਈਏ ਵੀ ਉਹ ਕਿਸਾਨ ਹੀ ਨਹੀਂ ਹੈਗੇ, ਔਰ ਉਹਨਾਂ ਨੂੰ ਹੁਣ ਕਦੀ ਆਤੰਕਵਾਦੀਆਂ ਨਾਲ ਜੋੜਿਆ ਜਾ ਰਿਹਾ, ਕਦੀ ਖਾਲਿਸਤਾਨੀ ਕਿਹਾ ਜਾ ਰਿਹਾ। ਮੈਂ ਕਹਿੰਦਾ ਵੀ ਜੇ ਅੱਜ ਪੰਜਾਬ ਦਾ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਕੇ ਬੈਠਾ ਹੈ, ਮੋਸਟਲੀ ਪੰਜਾਬ ਦੇ ਵਿੱਚ ਸਿੱਖ ਵਸੋਂ ਹੈ ਔਰ ਸਿੱਖ ਨਜ਼ਰ ਆਉਂਦੇ ਨੇ ਸਾਰਿਆਂ ਨੂੰ, ਤੇ ਅੱਜ ਉਹਨਾਂ ਸਾਰਿਆਂ ਨੂੰ ਸਿੱਖਾਂ ਨੂੰ ਇਹ ਆਤੰਕਵਾਦੀ ਘੋਸ਼ਿਤ ਕਰ ਰਹੀ ਹੈ ਜਾਂ ਖਾਲਿਸਤਾਨੀ ਕਹਿ ਰਹੀ ਹੈਗੀ ਹੈ। ਮੈਂ ਸਮਝਦਾ ਵੀ ਜਿੰਨਾ ਸਿੱਖ ਕੌਮ ਨੇ ਇਸ ਦੇਸ਼ ਕੌਮ ਧਰਮ ਦੇ ਵਾਸਤੇ ਕੀਤਾ ਹੈ, ਉਹ ਕਿਸ ਕੌਮ ਨੇ ਕੀਤਾ ਕੋਈ ਦੱਸ ਦਿਓ ਬਈ। ਜੇ ਅਸੀਂ ਆਪਣੇ ਗੁਰੂਆਂ ਪੀਰਾਂ ਵੱਲ ਦੇਖੀਏ ਨਾ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਹਿੰਦੂ ਧਰਮ ਬਚਾਉਣ ਵਾਸਤੇ ਆਪਣੀ ਕੁਰਬਾਨੀ ਦੇ ਦਿੱਤੀ। ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਨੂੰ ਬਚਾਇਆ ਸੀ ਨਾ ਸਾਰਿਆਂ ਨੂੰ। ਕੋਈ ਸ਼ਾਇਰ ਕਹਿੰਦਾ ਅਬ ਕੀ ਨਾ ਜਬ ਕੀ ਬਾਤ ਕਰੂੰ ਮੈਂ ਤਬ ਕੀ, ਅਗਰ ਨਾ ਹੋਤੇ ਗੋਬਿੰਦ ਸਿੰਘ ਜੀ ਸੁन्नत होती ਸਭ ਕੀ। ਅੱਜ ਹੀ ਸਾਰੇ ਮੁਸਲਮਾਨ ਹੁੰਦੇ ਅਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ। ਤੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਪੰਥ ਸਾਜਿਆ, ਜਿਨਨੇ ਉਸ ਸਮੇਂ ਦੇ ਉੱਤੇ ਮੁਗਲਾਂ ਧਾੜਵੀਆਂ ਨਾਲ ਲੜਾਈਆਂ ਲੜੀਆਂ, ਇੱਥੋਂ ਤੱਕ ਪਹਾੜੀ ਰਾਜਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਹਮਲੇ ਕੀਤੇ, ਉਹਨਾਂ ਦੇ ਬੱਚਿਆਂ ਨੂੰ ਨੀਹਾਂ ਵਿੱਚ ਵੀ ਚਿਣਵਾਇਆ। ਇਹ ਖਾਲਸਾ ਪੰਥ ਨੇ ਬਹੁਤ ਵੱਡੇ ਦੁੱਖ ਸਹੇ ਨੇ, ਖੋਪੜੀਆਂ ਤੁਰਵਾ ਦਿੱਤੀਆਂ ਗਈਆਂ, ਉਬਲਦੀਆਂ ਦੇਗਾਂ ਵਿੱਚ ਬਿਠਾ ਦਿੱਤੇ ਗਏ। ਉਸ ਤੋਂ ਬਾਅਦ ਵਿੱਚ ਆ ਜਾਓ ਜੋ ਖਾਲਸਾ ਪੰਥ ਨੇ ਸਾਰੀਆਂ ਵਾਗਡੋਰਾਂ ਸੰਭਾਲੀਆਂ ਨੇ, ਤੇ ਮੁਗਲਾਂ ਨਾਲ ਕਿੰਨੀਆਂ ਲੜਾਈਆਂ ਲੜੀਆਂ, ਕਿਸ ਤਰ੍ਹਾਂ ਮੁਗਲਾਂ ਤੋਂ ਜ਼ਾਲਮਾਂ ਨੂੰ ਮਾਰਿਆ ਖਾਲਸਾ ਪੰਥ ਨੇ। ਔਰ ਉਦੋਂ ਹੁੰਦਾ ਕੀ ਸੀ ਕਿ ਹਰ ਪਰਿਵਾਰ ਦੇ ਵਿੱਚੋਂ ਇੱਕ ਸਿੱਖ ਬਣਦਾ ਸੀ, ਚਾਹੇ ਉਹ ਹਿੰਦੂ ਸੀ ਨਾ, ਉਹਦਾ ਇੱਕ ਕਿਹੜਾ ਬੰਦਾ ਬਣਦਾ ਸੀ ਸਿੱਖ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਨੂੰ ਗੁੜਤੀ ਦਿੱਤੀ ਹੈ, ਕਿਉਂਕਿ ਖਾਲਸਾ ਕਿਸੇ ਨੂੰ ਡਰਾਉਂਦਾ ਨਹੀਂ ਤੇ ਖਾਲਸਾ ਕਿਸੇ ਕੋਲ ਡਰਦਾ ਨਹੀਂ, ਜ਼ੁਲਮ ਕਰਦਾ ਨਹੀਂ, ਜ਼ੁਲਮ ਸਹਿੰਦਾ ਨਹੀਂ। ਤੇ ਜਿਹੜਾ ਇੱਥੇ ਆ ਕੇ ਬੈਠੇ ਆ ਨਾ ਸਿੱਖ, ਇਹ ਗੁਰੂ ਗੋਬਿੰਦ ਸਿੰਘ ਦੀ ਔਲਾਦ ਹੈਗੀ ਹੈ, ਗੁਰੂ ਨਾਨਕ ਦੀ ਔਲਾਦ ਹੈ। ਮੈਂ ਸਮਝਦਾ ਕਿ ਤੁਸੀਂ ਇਹਨਾਂ ਨੂੰ ਅੱਜ ਆਤੰਕਵਾਦੀ ਵੱਖਵਾਦੀ ਕਹਿ ਰਹੇ ਹੋ, ਤੁਸੀਂ ਉਹ ਵੀ ਦੌਰ ਦੇਖ ਲਿਆ ਜਦੋਂ ਹਰਿਮੰਦਰ ਸਾਹਿਬ 'ਤੇ ਜਿਹਨੇ ਅਟੈਕ ਕੀਤਾ ਉਹਦਾ ਕੀ ਹਾਲ ਹੋ ਗਿਆ। ਇਹ ਦੇਖਣ ਵਾਲੀਆਂ ਗੱਲਾਂ ਨੇ। ਤੇ ਅੱਜ ਜੋ ਆਪਣੇ ਹੱਕਾਂ ਵਾਸਤੇ ਇੱਥੇ ਬੈਠੇ ਨੇ, ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿ ਰਹੇ ਹੋ, ਖਾਲਿਸਤਾਨੀ ਕਹਿ ਰਹੇ ਹੋ। ਤੁਹਾਨੂੰ ਉਦੋਂ ਇਹ ਨਜ਼ਰ ਨਹੀਂ ਆਏ ਜਦੋਂ ਕਰਨਾਟਕਾ ਦੇ ਵਿੱਚ ਜਾ ਕੇ, ਕੇਰਲਾ ਦੇ ਵਿੱਚ ਜਾ ਕਰਕੇ, ਉੱਤਰਾਖੰਡ ਦੇ ਵਿੱਚ ਜਾ ਕਰਕੇ, ਅਸਾਮ ਦੇ ਵਿੱਚ ਜਾ ਕਰਕੇ ਇਹ ਉੱਥੇ ਘਰਾਂ 'ਚੋਂ ਕੱਢ ਕੇ ਲੋਕਾਂ ਨੂੰ ਬਾੜ ਦੇ ਵਿੱਚੋਂ ਕੱਢ ਕੇ ਜੰਗਾਂ ਪਹੁੰਚਾ ਰਹੇ ਨੇ, ਉਹਨਾਂ ਨੂੰ ਖਾਣਾ ਖਵਾ ਰਹੇ ਨੇ, ਉਹਨਾਂ ਨੂੰ ਹਰ ਚੀਜ਼ ਮੁਹੱਈਆ ਕਰਵਾ ਰਹੇ ਨੇ ਕਿ ਇਹ ਸਾਡੇ ਬਚਣੇ ਚਾਹੀਦੇ ਹੈਗੇ ਨੇ। ਇਹਨਾਂ ਨੇ ਉਹਨਾਂ ਦਾ ਦਇਆ ਦਾ ਪਾਤਰ ਨਹੀਂ ਦੇਖਿਆ। ਸੋ ਇਹ ਅੱਜ ਇਹਨਾਂ ਨੂੰ ਨਜ਼ਰ ਆ ਗਿਆ ਕਿ ਅਸੀਂ ਆਤੰਕਵਾਦੀ ਹਾਂ, ਖਾਲਿਸਤਾਨੀ ਹੈਗੇ ਹਾਂ। ਮੈਮ ਜੀ ਅਸੀਂ ਪੰਜਾਬ ਦੇ ਵਿੱਚ ਖਾਲਸਾਨੀ ਦੌਰ ਦੇਖਿਆ ਕਿ ਕਿਸ ਤਰ੍ਹਾਂ ਸਰਕਾਰਾਂ ਨੇ ਜ਼ੁਲਮ ਢਾਏ ਨੇ, ਉੱਥੋਂ ਦੀ ਜਵਾਨੀ ਨੂੰ ਬਰਬਾਦ ਕੀਤਾ। ਤੇ ਅੱਜ ਉਹੀਓ ਗੱਲ ਆਉਣ ਵਾਲੇ ਸਮੇਂ 'ਚ ਲੱਗ ਰਿਹਾ ਸਾਨੂੰ
ਕਿ ਉੱਥੋਂ ਦੀ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਦੀ ਗੱਲ ਹੋ ਰਹੀ ਹੈ। ਕੋਈ ਵੀ ਹਿੰਦੁਸਤਾਨੀ ਜਿਹੜਾ ਨਾ ਜਾਂ ਗੁਰੂ ਦਾ ਸਿੱਖ ਜਿਹੜਾ ਨਾ ਉਹ ਖਾਲਿਸਤਾਨ ਨਹੀਂ ਮੰਗਦਾ। ਪਹਿਲੀ ਗੱਲ ਤਾਂ ਮੈਂ ਦੱਸਦਾ ਵਾਂ, ਇਹ ਖਾਲਿਸਤਾਨ ਮੰਗਾਉਣ ਨੂੰ ਤਾਂ ਮਜਬੂਰ ਕਰ ਰਹੇ ਨੇ। ਇਹ ਖਾਲਿਸਤਾਨੀ ਆਪ ਬਣਾ ਰਹੇ ਨੇ। ਕੋਈ ਨਹੀਂ ਖਾਲਿਸਤਾਨੀ ਬਣਨਾ ਚਾਹੁੰਦਾ। ਲੇਕਿਨ ਇੱਕ ਇਸ ਅੰਦੋਲਨ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਅੱਜ ਤੱਕ ਹਿੰਦੁਸਤਾਨ ਦੇ ਵਿੱਚ ਕੋਈ ਐਸਾ ਅੰਦੋਲਨ ਨਹੀਂ ਹੋਇਆ ਜਿਹੜਾ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਕੇ ਬੈਠਿਆ ਹੋਵੇ ਬਾਹਰੋਂ ਆਪਣੇ ਪੂਰਾ ਲਾਓ ਲਸ਼ਕਰ ਲੈ ਕਰਕੇ ਔਰ ਆਪਣੇ ਨਾਲ 6-6 ਮਹੀਨਿਆਂ ਦਾ ਰਸਤ ਪਾਣੀ ਲੈ ਕੇ ਆਇਆ ਹੋਵੇ ਵੀ ਅਸੀਂ ਬੈਠਣਾ ਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਤੁਸੀਂ ਕਿਸੇ ਬਾਰਡਰ 'ਤੇ ਜਾ ਕੇ ਚੈੱਕ ਕਰ ਲਓ, ਉੱਥੋਂ ਦੇ ਆਸ-ਪਾਸ ਦੇ ਜਿੰਨੇ ਵੀ, ਚਾਹੇ ਉਹ ਬਿਹਾਰ ਤੋਂ ਆਏ ਬੈਠੇ ਨੇ, ਚਾਹੇ ਯੂਪੀ ਤੋਂ ਆ ਕੇ ਬੈਠੇ ਨੇ, ਜਿਹੜੇ ਸਿੱਖ ਨੇ ਕਿਸਾਨ ਨਹੀਂ ਹੈਗੇ, ਉਸ ਤਰ੍ਹਾਂ ਬੈਠੇ ਹੋਏ ਨੇ। ਪਹਿਲੇ ਝੁੱਗੀ ਝੌਂਪੜੀਆਂ ਦੇ ਵਿੱਚ ਕਿਸਾਨ ਅੰਦੋਲਨ ਕਰਦੇ ਉੱਤੇ ਬੈਠੇ ਹਨ ਅਤੇ ਅੱਜ ਉਹਨਾਂ ਨੂੰ ਹਰ ਉਹ ਚੀਜ਼ ਲੈ ਕੇ ਉੱਥੋਂ ਜਾਂਦੇ ਨੇ ਜੋ ਕਿਸਾਨਾਂ ਵਾਸਤੇ ਆਉਂਦੀ ਹੈ ਨਾ। ਕਿਸਾਨ ਆਪਣੇ ਕੋਲ ਤਾਂ ਰੱਖਦੇ ਘੱਟ ਨੇ ਅਤੇ ਉਹ ਲੋਕ ਲੈ ਕੇ ਜਾਂਦੇ ਨੇ। ਉਹ ਕਹਿੰਦੇ ਨਹੀਂ, ਇਹੋ ਜਿਹੀ ਕੌਮ ਕਦੀ ਨਹੀਂ ਅਸੀਂ ਦੇਖੀ, ਇਹੋ ਜਿਹਾ ਅੰਦੋਲਨ ਅਸੀਂ ਨਹੀਂ ਦੇਖਿਆ। ਅੱਜ ਉਹਨਾਂ ਨੂੰ ਕੰਬਲ ਵੀ ਮਿਲ ਰਹੇ ਨੇ, ਉਹਨਾਂ ਨੂੰ ਰਾਸ਼ਨ ਪਾਣੀ ਵੀ ਮਿਲ ਰਿਹਾ, ਘਰ ਉਹਨਾਂ ਨੂੰ ਅੱਗ ਨਹੀਂ ਬੁਲਾਉਣੀ ਪੈਂਦੀ ਅਤੇ ਉਹ ਕਹਿੰਦੇ ਇਹੋ ਜਿਹੇ ਤਾਂ ਅੰਦੋਲਨ ਰੋਜ਼ ਹੋਣੇ ਚਾਹੀਦੇ ਨੇ। ਕਹਿਣ ਦਾ ਭਾਵ ਹੈ ਇੰਨਾ ਸ਼ਾਂਤਮਈ ਅੰਦੋਲਨ ਔਰ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ। ਗੌਰਮੈਂਟ ਨੂੰ ਇਹੋ ਸਭ ਤੋਂ ਵੱਡੀ ਦਿੱਕਤ ਹੋ ਰਹੀ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਚਾਰੇ ਪਾਸੇ ਬੈਠੇ ਨੇ ਆ ਕੇ। ਸਿੰਘੂ ਬਾਰਡਰ ਆ, ਟਿਕਰੀ ਬਾਰਡਰ ਹੈ, ਇੱਧਰ ਗਾਜੀਪੁਰ ਹੈ, ਇੱਧਰ ਬਰਾੜੀ ਆ, ਹਰ ਪਾਸੋਂ ਆ ਕੇ ਬੈਠੇ ਨੇ, ਲੇਕਿਨ ਕਿਸੇ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ। ਜਦੋਂ ਇੱਥੇ ਆ ਰਹੇ ਸੀ ਉਹਨਾਂ 'ਤੇ ਵਿਛਾੜਾਂ, ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ, ਲਾਠੀਆਂ ਭਰਾਈਆਂ ਗਈਆਂ, ਸਭ ਕੁਛ ਆ। ਅੱਜ ਸਿਰਫ ਗੱਲ ਇਸੇ ਦਿੱਕਤ ਹੋ ਗਈ ਕਿ ਅੱਜ ਕੇਂਦਰ ਸਰਕਾਰ 'ਚੋਂ ਪਾਸੇ ਫਸ ਚੁੱਕੀ ਹੈ। ਉਹ ਕਹਿੰਦੇ ਕਾਨੂੰਨ ਰੱਦ ਕਰ ਦਿਓ ਕਿਉਂਕਿ ਸਾਨੂੰ ਇਹਦੀ ਲੋੜ ਨਹੀਂ ਹੈਗੀ। ਗੌਰਮੈਂਟ ਕਹਿੰਦੀ ਅਸੀਂ ਰੱਦ ਨਹੀਂ ਕਰਾਂਗੇ, ਤੁਸੀਂ ਇਹਦੇ 'ਚ ਸੰਸ਼ੋਧਨ ਕਰਵਾ ਲਓ। ਲੇਕਿਨ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੋ ਵਿਵਸਥਾ ਸਾਡੀ ਬਣੀ ਹੋਈ ਹੈ ਇਸ ਕਾਨੂੰਨ ਦੇ ਆਉਣ ਦੇ ਨਾਲ ਹੋ ਸਕਦਾ ਸਾਲ ਡੇਢ ਸਾਲ ਠੀਕ ਚੱਲੇ, ਬੜਾ ਅੱਛਾ ਲੱਗੇ, ਲੇਕਿਨ ਜਿਹੜਾ ਅੱਗੇ ਫਿਊਚਰ ਆਉਣਾ ਨਾ ਉਹ ਇਸ ਤਰ੍ਹਾਂ ਦਾ ਕਾਨੂੰਨ ਹੈਗਾ ਕਿ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੋਂ ਅਸੀਂ ਆਪਣੇ ਸੋਰਸ ਪੈਦਾ ਕਰਕੇ ਚੀਜ਼ਾਂ ਦਿੰਦੇ ਹਾਂ ਜਾਂ ਲੈਂਦੇ ਹਾਂ ਉਹ ਖਤਮ ਹੋ ਜਾਣਗੀਆਂ ਅਤੇ ਅਸੀਂ ਕਿਸੇ ਇੱਕ ਖਾਸ ਸਮੁਦਾਇ ਦੇ ਜਾਂ ਖਾਸ ਬੰਦਿਆਂ ਦੇ ਗੁਲਾਮ ਬਣ ਕੇ ਰਹਿ ਜਾਵਾਂਗੇ। ਸਾਡੀ ਕੋਈ ਆਪਣੀ ਸਵਿੱਤਤਾ ਜਿਹੜੀ ਹੈਗੀ ਆ ਉਹ ਨਹੀਂ ਰਹੇਗੀ। सर, जैसे कि 26 तारीख को ऐलान किया है किसानों ने कि झंडा हम ही लहराएंगे, कैसे जाएंगे वो लोग वहाँ तक? ਤੁਸੀਂ ਇਹ ਗੱਲ ਸੁਣੀ ਹੋਏਗੀ ਕਿ ਕਿਸਾਨ ਇਹ ਗੱਲ ਕਹਿ ਰਹੇ ਨੇ, ਜਥੇਬੰਦੀਆਂ ਗੱਲ ਕਹਿ ਰਹੇ ਨੇ ਕਿ ਤੁਸੀਂ ਆਪਣਾ 26 ਜਨਵਰੀ ਦਾ ਕਰੋ ਉੱਥੇ ਜੋ ਕਰਨਾ ਹੈ, ਲੇਕਿਨ ਅਸੀਂ ਰਿੰਗ ਰੋਡ ਦੇ ਉੱਤੇ ਟਰੈਕਟਰ ਮਾਰਚ ਨਿਕਾਲਣਾ ਚਾਹੁੰਦੇ ਹਾਂ। ਉਹਨਾਂ ਗੱਲ ਕਹੀ ਹੈ ਕਿ ਅਸੀਂ ਕੋਈ ਵਿਵਸਥਾ ਖਰਾਬ ਨਹੀਂ ਕਰਨੀ ਚਾਹੁੰਦੇ ਅਤੇ ਇਹ ਤਾਂ ਹੱਕ ਹੈਗਾ ਹਰ ਇੱਕ ਦਾ। ਜਦੋਂ 26 ਜਨਵਰੀ ਆਉਂਦੀ ਹੈ, ਜਗ੍ਹਾ ਜਗ੍ਹਾ ਅਸੀਂ ਤਿਰੰਗਾ ਵੰਡਦੇ ਹੈਗੇ ਹਾਂ, ਕਾਰਾਂ 'ਚ ਲੱਗਦੇ ਨੇ, ਕਾਰ ਰੈਲੀਆਂ ਹੁੰਦੀਆਂ ਨੇ, ਸਭ ਕੁਝ ਹੁੰਦਾ। ਉਹ 26 ਜਨਵਰੀ ਆਪਣਾ ਉੱਥੇ ਝੰਡਾ ਝੁਲਾ ਲੈਣ, ਆਪਣੀ ਜੋ ਗੱਲ ਕਰਨੀ ਉੱਥੇ ਕਰ ਲੈਣ। ਜੇ ਚਾਹੁੰਦੇ ਨੇ ਤਾਂ ਸ਼ਾਂਤਮਈ ਤਰੀਕੇ ਨਾਲ ਉਹਨੇ ਕਰਨਾ ਅਤੇ ਕਰਨ ਦੇ ਨੂੰ ਹੱਕ ਵੀ ਕੋਈ ਨਹੀਂ ਹੈਗਾ। ਲੇਕਿਨ ਇਹ ਗੱਲ ਤਾਂ ਸੁਪਰੀਮ ਕੋਰਟ ਵੀ ਜਿਹੜੀ ਉਹ ਵੀ ਪਿੱਛੇ ਹਟ ਰਹੀ ਹੈ। ਉਹਨੇ ਗੱਲ ਕਰਤੀ ਪੁਲਿਸ ਦੇ ਉੱਤੇ, ਹੁਣ ਅੱਜ ਪੁਲਿਸ ਗੱਲ ਕਰ ਰਹੀ ਹੈ, ਕੱਲ੍ਹ ਨੂੰ ਗੌਰਮੈਂਟ ਨੇ ਫਿਰ ਗੱਲ ਕਰਨੀ ਹੈਗੀ ਆ। ਇਹ ਕੀ ਗੱਲ ਉਹਨਾਂ ਦੀ ਬੈਠਦੀ ਹੈਗੀ ਆ, ਅਜੇ ਅਸੀਂ ਕੁਝ ਕਹਿ ਨਹੀਂ ਸਕਦੇ। ਅਸੀਂ ਤਾਂ ਇਹੋ ਕਹਿੰਦੇ ਹਾਂ ਕਿ ਗੌਰਮੈਂਟ ਨੂੰ ਗੱਲ ਸਮਝਣੀ ਚਾਹੀਦੀ ਹੈ ਅਤੇ ਜੋ ਅੱਛਾ ਹੋ ਸਕਦਾ, ਜਿਨ੍ਹਾਂ ਨੂੰ ਜ਼ਰੂਰਤ ਜਿਸ ਚੀਜ਼ ਦੀ ਹੈ ਉਹਨਾਂ ਨੂੰ ਮੁਹੱਈਆ ਕੀਤੀ ਜਾਵੇ ਅਤੇ ਜੋ ਨਹੀਂ ਜ਼ਰੂਰਤ ਉਹਨੂੰ ਖਤਮ ਕੀਤਾ ਜਾਏ। ਗੱਲ ਤਾਂ ਹੋਣੀ ਚਾਹੀਦੀ ਹੈ। ਕੋਈ 26 ਜਨਵਰੀ ਨੂੰ ਖਲਲ ਨਹੀਂ ਪਾਉਣਾ ਚਾਹੁੰਦਾ, ਪਹਿਲੀ ਗੱਲ ਤਾਂ ਇਹ ਹੈਗੀ ਹੈ। ਹੁਣ ਇਹ ਗੱਲਾਂ ਕੀਤੀਆਂ ਜਾਂਦੀਆਂ ਜੀ ਇਸ ਅੰਦੋਲਨ ਦੇ ਵਿੱਚ ਕੁਛ ਵੀ ਹੋ ਸਕਦਾ, ਇੱਥੇ ਮਾਰੋ ਮਾਰੀ ਹੋ ਸਕਦੀ ਆ, ਇੱਥੇ ਖਾਲਿਸਤਾਨੀ ਆ ਕੇ ਬੈਠ ਗਏ ਨੇ, ਇੱਥੇ ਖਾਲਸਾ ਏਡ ਵਾਲੇ ਆ ਕੇ ਬੈਠ ਗਏ ਨੇ। ਉਹ ਭਾਈ ਤੁਸੀਂ ਇਹ ਗੱਲਾਂ ਕਿਉਂ ਕਹਿ ਰਹੇ ਹੋ? ਅਜੇ ਤੱਕ ਤਾਂ ਹੋਇਆ ਨਹੀਂ। ਤੁਹਾਡੀ ਮਨਸ਼ਾ ਇਹ ਹੈ ਵੀ ਤੁਸੀਂ ਆਪਣੇ ਬੰਦੇ ਭੇਜਦੇ ਵੀ, 2-4 ਬੰਦੇ ਫੜੇ ਵੀ ਗਏ ਜੋ ਸਿੱਖਾਂ ਦੇ ਭੇਸ ਵਿੱਚ ਆ ਕੇ ਉੱਥੇ ਇਹ ਕੰਮ ਕਰ ਰਹੇ ਸੀ। ਬੰਦੇ ਭੇਜ ਕੇ ਉੱਥੇ ਕਰਨਾ ਚਾਹੁੰਦੇ ਹੋ, ਕਰੋਗੇ ਇਸ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ। ਜਿਸ ਤਰ੍ਹਾਂ ਸ਼ਹੀਨ ਬਾਗ ਦੇ ਵਿੱਚ ਹੋਇਆ ਸੀ, ਉਹੀ ਕੰਮ ਹੁਣ ਇੱਥੇ ਹੋ ਰਿਹਾ। ਪਹਿਲਾਂ ਇੱਥੇ ਫੰਡਿੰਗ ਚੈੱਕ ਹੋ ਗਈ, ਹੁਣ ਇੱਥੇ ਕਹਿੰਦੇ ਫੰਡਿੰਗ ਹੋ ਰਹੀ ਹੈ ਇਹਨਾਂ ਨੂੰ। ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ ਮੈਮ ਜੀ, ਅਸੀਂ ਪੰਜਾਬ ਦੇ ਪਹਿਲਾਂ ਪੰਜਾਬ 'ਚੋਂ ਆ ਕੇ ਇੱਥੇ ਵਸੇ ਹਾਂ ਅਤੇ ਇੱਥੇ ਆ ਕੇ ਮੈਂਬਰ ਵੀ ਬਣੇ ਆ, ਆਪਣੀ ਮਿਹਨਤ ਸਦਕਾ, ਆਪਣੀ ਇਮਾਨਦਾਰੀ ਕਰਕੇ। ਪੰਜਾਬ ਦਾ ਜਿਹੜਾ ਕਿਸਾਨ ਹੈ ਨਾ ਜੋ ਆ ਕੇ ਇੱਥੇ ਬੈਠਾ, ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਨਾ ਬਹੁਤ ਅਮੀਰ ਹੈ, ਬਹੁਤ ਅਮੀਰ ਹੈ। ਜਿਹੜਾ ਪੰਜਾਬ ਹਿੰਦੁਸਤਾਨ ਦੇ 80% ਆਬਾਦੀ ਨੂੰ ਅਨਾਜ ਦੇ ਰਿਹਾ ਹੋਵੇ ਅਤੇ ਉਹ ਭੁੱਖਾ ਕਿਤਨਾ ਹੋ ਸਕਦਾ?
ਉਹ ਕੰਗਾਲ ਨਹੀਂ ਹੋ ਸਕਦਾ, ਉਹਦੇ ਕੋਲ ਸੋਰਸ ਦੀ ਕਮੀ ਨਹੀਂ ਹੈ। ਜੀ ਤੇ ਪੰਜਾਬ ਸਦਾ ਜਿਹੜਾ ਜਿਉਂਦਾ ਨਾ ਗੁਰੂ ਦੇ ਨਾਮ ਤੇ ਜਿਉਂਦਾ ਹੈ, ਜੀ ਤੇ ਜਿਹੜਾ ਗੁਰੂ ਦੇ ਨਾਮ ਤੇ ਜਿਉਂਦਾ ਹੈ ਉਹਨੂੰ ਕਿਸ ਚੀਜ਼ ਦੀ ਕਮੀ ਨਹੀਂ ਹੈਗੀ। ਇਹ ਗੁਰੂ ਨਾਨਕ ਦੇ ਸਿੱਖ ਨੂੰ ਕਦੀ ਵੀ ਕਮੀ ਨਹੀਂ ਹੈ। ਜੇ ਗੁਰੂ ਨਾਨਕ ਦੇਵ ਨੇ 20 ਰੁਪਏ ਦਾ ਲੰਗਰ ਲਗਾਇਆ ਸੀ ਨਾ, ਇਹ ਉਹੀਓ ਲੰਗਰ ਚੱਲ ਰਹੇ ਨੇ। ਹਰ ਗੁਰੂ ਦਾ ਸਿੱਖ ਜਿਹੜਾ ਨਾ ਆਪਣੇ ਦਸ਼ਵੰਧ ਕੱਢਦਾ ਆਪਣੀ ਕਮਾਈ ਚੋਂ, जी ਭਾਵੇਂ ਥੋੜਾ ਕੱਢ ਰਿਹਾ ਭਾਵੇਂ ਬਹੁਤਾ ਕੱਢ ਰਿਹਾ। सर जैसे कि दिल्ली सरकार कह रही है कि मैं पूरा सपोर्ट करता हूँ किसानों को, इस पे आपका क्या कहना है? ਦੇਖੋ ਦਿੱਲੀ ਸਰਕਾਰ ਦੇ ਤਾਂ ਮੈਂ ਦੋ ਚਿਹਰੇ ਦੇਖ ਲਏ ਮੈਮ ਜੀ। जी ਜਦੋਂ ਇਹਨੇ ਲਾਗੂ ਕਰ ਦਿੱਤਾ ਪਹਿਲੇ ਹੀ ਇੱਥੇ जी ਅੰਦੋਲਨ ਤੋਂ ਪਹਿਲੇ ਨੇ ਲਾਗੂ ਕਰ ਦਿੱਤਾ ਹੋਇਆ ਦਿੱਲੀ ਦੇ ਵਿੱਚ ਇਹ ਕਾਨੂੰਨ, ਤੇ ਹੁਣ ਕਿਸ ਤਰ੍ਹਾਂ ਇਹ ਕਹਿੰਦਾ ਕਿ ਮੈਂ ਪੂਰੇ ਸਪੋਰਟ ਵਿੱਚ ਖੜਾ। ਸਪੋਰਟ ਤਾਂ ਹੁੰਦੀ ਜੇ ਇਹਨੇ ਪਹਿਲੇ ਤੋਂ ਲਾਗੂ ਨਾ ਕੀਤਾ ਹੁੰਦਾ। जी ਠੀਕ ਹੈ ਜੀ। ਇਹ ਸਿਰਫ ਨਾ ਆਉਣ ਵਾਲੀਆਂ ਇਲੈਕਸ਼ਨਾਂ ਵਾਸਤੇ ਆਪਣੀ ਗੱਲ ਕਰਨੀ ਚਾਹੁੰਦਾ ਜੀ, ਅਸੀਂ ਉੱਥੇ ਪੰਜਾਬ ਦੇ ਵਿੱਚੋਂ ਕੁਝ ਲੈ ਲਈਏ। ਤੇ ਅੱਜ ਇੱਕ ਕਿਸਮ ਦਾ ਭੜਕਾਉਣਾ ਸ਼ੁਰੂ ਕਰ ਦਿੱਤਾ ਹੋਇਆ। ਉਹਨਾਂ ਦਾ ਹਤਿਆਸ਼ੀ ਦੱਸਦੇ ਆਏ ਆਪਣੇ ਆਪ ਨੂੰ, ਕਹਿੰਦੇ ਜੀ ਮੈਂ ਕਿਸਾਨ ਅੰਦੋਲਨ ਦੇ ਨਾਲ ਹੈਗਾ। ਤੇ ਮੈਂ ਸਮਝਦਾ ਕਿ ਇਹ ਜਿਹੜੀਆਂ ਗੱਲਾਂ ਦੋਹਰੀਆਂ ਨਹੀਂ ਹੋਣੀਆਂ ਚਾਹੀਦੀਆਂ। ਅੱਜ ਪੰਜਾਬ ਦਾ ਕਿਸਾਨ ਇਹ ਗੱਲ ਸਮਝਦਾ ਹੈ जी ਵੀ ਕੌਣ ਹਤਿਆਸ਼ੀ ਹੈ ਤੇ ਕੌਣ ਹਤਿਆਸ਼ੀ ਨਹੀਂ ਹੈ। जी ਠੀਕ ਹੈ। ਇਹ ਹਮੇਸ਼ਾ ਕਹਿੰਦਾ ਸੀ ਪੰਜਾਬ ਤੋਂ ਪਰਾਲੀ ਸਾੜੀ ਜਾ ਰਹੀ ਹੈ ਤੇ ਪੰਜਾਬ ਚੋਂ ਧੂੰਆਂ ਆ ਰਿਹਾ, ਇੱਧਰ ਨੂੰ ਪੋਲੂਸ਼ਨ ਤਾਂ ਫੈਲ ਰਿਹਾ ਹੈਗਾ। जी ਇਹ ਕਾਨੂੰਨ ਜਿਹੜਾ ਬਣਵਾਇਆ ਇਸ ਨੇ ਬਣਵਾਇਆ जी ਵੀ ਪੰਜਾਬ ਦੇ ਲੋਕੀ ਪਰਾਲੀ ਨਾ ਸਾੜਨ। जी ਤੇ ਜੇ ਇਹ ਪੰਜਾਬ ਨਾਲ ਇਹਨੂੰ ਪਿਆਰ ਕਰਦਾ ਹੁੰਦਾ ਤੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਿਉਂ ਕਰਦਾ? ਮੈਨੂੰ ਦੱਸ ਦੇਣਾ ਕਿਹੜੇ ਪੰਜਾਬ 'ਚ ਧੂੰਆਂ ਇੱਥੇ ਆ ਕੇ ਫੈਲਦਾ, ਕਿ ਇਹ ਧੂੰਆਂ ਇੱਧਰ ਹੀ ਆਏਗਾ? ਧੂੰਆਂ ਪੰਜਾਬ ਦੇ ਸ਼ਹਿਰਾਂ 'ਚ ਬਾਕੀਆਂ 'ਚ ਨਹੀਂ ਜਾਏਗਾ, ਪਾਕਿਸਤਾਨ ਵੱਲ ਨਹੀਂ ਜਾਏਗਾ, ਕਿ ਦਿੱਲੀ 400 ਕਿਲੋਮੀਟਰ ਪਾਰ ਕਰਕੇ ਧੂੰਆਂ ਇੱਥੇ ਆ ਕੇ ਡਿੱਗਣਾ ਹੈ? ਇਹ ਸਭ ਕਹਿਣ ਦੀਆਂ ਗੱਲਾਂ ਹੈਗੀਆਂ ਨੇ। ਇਹ ਰਾਜਨੀਤੀ ਗੱਲਾਂ ਇਹਨਾਂ ਦੀਆਂ। ਇਹ ਰਾਜਨੀਤੀ ਕਰਨ ਇਹਨੇ ਵਿਰੋਧੀ ਪਾਰਟੀਆਂ ਹੈਗੀਆਂ ਨੇ। ਅਸੀਂ ਤੁਸੀਂ ਇਹ ਪਾਰਟੀਆਂ ਨਹੀਂ, ਕਿਸਾਨਾਂ ਨਾਲ ਸਾਡੀ ਗੱਲ ਹੁੰਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਜੋ ਗੁਰੂ ਨਾਨਕ ਦਾ ਪੈਰੋਕਾਰ ਸਾਨੂੰ ਬਖਸ਼ੇ ਹੋਏ ਨੇ ਇਹਨਾਂ ਨੇ ਅਸੂਲ ਕਿ ਮਨੁੱਖਤਾ ਦੀ ਸੇਵਾ, ਅਸੀਂ ਮਨੁੱਖਤਾ ਦੀ ਸੇਵਾ 'ਚ ਲੱਗੇ ਹੋਏ ਹਾਂ। ਸਾਡੇ ਵਾਸਤੇ ਉੱਥੇ ਕਿਸਾਨ ਆ ਕੇ ਬੈਠਾ ਹੈ, ਚਾਹੇ ਉਹ 'ਚ ਹਿੰਦੂ ਵੀ ਹੋ ਸਕਦਾ ਹੈ, ਉਹ 'ਚ ਮੁਸਲਮਾਨ ਵੀ ਹੈ, ਉਹ 'ਚ ਸਿੱਖ ਵੀ ਹੈ, ਉਹ 'ਚ ਈਸਾਈ ਵੀ ਹੈ। ਉੱਥੇ ਕਿਸੇ ਦਾ ਧਰਮ ਨਹੀਂ ਆ, ਉਹ ਸਿਰਫ ਕਿਸਾਨ ਹੈ। जी ਇਹ ਅੰਦੋਲਨ ਤਾਂ ਕਾਮਯਾਬ ਹੋ ਰਿਹਾ ਅਜੇ ਤੱਕ ਕਿ ਅਜੇ ਤੱਕ ਉੱਥੇ ਪਾਰਟੀਆਂ ਨੇ ਅਗਲਿਆਂ ਨੇ ਵੜਨ ਨਹੀਂ ਦਿੱਤਾ। ਉੱਥੇ ਵੀ ਤੁਹਾਨੂੰ ਦੱਸ ਦਿੰਦਾ, ਉੱਥੋਂ ਕਾਂਗਰਸ ਦੇ ਵੀ ਆਏ ਨੇ, ਅਕਾਲੀਆਂ ਦੇ ਵੀ ਆਏ ਹੋਏ ਨੇ, ਉੱਥੇ ਬੀਜੇਪੀ ਦੇ ਵੀ ਆਏ ਹੋਏ ਨੇ, ਉੱਥੇ ਆਪ ਪਾਰਟੀ ਦੇ ਵੀ ਸਮਰਥਕ ਆਏ ਹੋਣਗੇ। ਲੇਕਿਨ ਉਹ ਆਏ ਕੀ ਨੇ? ਪਾਰਟੀਆਂ ਕਰਕੇ ਨਹੀਂ ਆਏ, ਉਹ ਇੱਕ ਕਿਸਾਨ ਬਣ ਕੇ ਆਏ ਹੋਏ ਨੇ ਉੱਥੇ। ਇਸ ਕਰਕੇ ਉੱਥੇ ਦੀ ਕਾਮਯਾਬੀ ਇਸੇ ਵਜ੍ਹਾ ਤੱਕ ਕਿਸਾਨ ਬਣੇ ਰਹਿਣਗੇ। ਹੁਣ ਕਾਂਗਰਸ ਹੈ, ਠੀਕ ਹੈ, ਸਮਰਥਨ ਹੁੰਦੇ ਨੇ, ਪਰ ਇਹੋ ਜਿਹੀ ਭਾਸ਼ਾ ਕਦੀ ਨਾ ਬੋਲੋ ਕਿ ਜਿਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਕਮਜ਼ੋਰ ਬਣ ਜਾਵੇ। ਤੁਸੀਂ ਆਪਣੀ ਚੌਧਰਾਂ ਦੇ ਵਾਸਤੇ ਕਹਿੰਦੇ ਜੀ ਅਸੀਂ ਕਰ ਰਹੇ ਹਾਂ, ਫਲਾਣਾ ਕਰ ਰਹੇ, ਢਿੰਗੜਾ ਕਰ ਰਹੇ ਹੋ। ਗੌਰਮੈਂਟ ਸੈਂਟਰ ਵੀ ਸਮਝਦਾ ਫਿਰ ਵੀ ਇਹ ਉਹਦੇ ਨਾਲ ਰਾਜਨੀਤੀ ਜੁੜਦੀ ਹੈ। ਸ਼੍ਰੋਮਣੀ ਅਕਾਲੀ ਦਲ ਹੈ, ਉਹ ਇਹ ਨਹੀਂ ਕਹਿ ਰਿਹਾ ਕੋਈ ਗੱਲ ਅਸੀਂ ਨਹੀਂ ਕਰ ਰਿਹਾ, ਲੇਕਿਨ ਉਹ ਇਹ ਗੱਲ ਕਹਿੰਦਾ ਵੀ ਜੋ ਹੋ ਰਿਹਾ ਕਿਸਾਨਾਂ ਨਾਲ ਧੱਕਾ ਹੋ ਰਿਹਾ, ਨਹੀਂ ਹੋਣਾ ਚਾਹੀਦਾ। ਅਸੀਂ ਇਹ ਧੱਕਾ ਨਹੀਂ ਸਹਿਵਾਂਗੇ। ਅਸੀਂ ਆਪਣੇ ਕਿਸਾਨਾਂ ਭਾਈਆਂ ਨਾਲ ਖੜ੍ਹੇ ਹਾਂ ਅਤੇ ਗੌਰਮੈਂਟ ਨੂੰ ਕਾਨੂੰਨ ਵਾਪਸ ਲੈਣਾ ਚਾਹੀਦਾ। ਲੇਕਿਨ ਕਾਂਗਰਸ ਜਦੋਂ ਗੱਲ ਕਰਦੀ ਹੈ ਜਾਂ ਰੌਲ ਜੀ ਆਉਂਦੇ ਨੇ, ਜੋ ਗੱਲ ਕਰਦੇ ਨੇ, ਤਾਂ ਉਹ ਐਸੀ ਗੱਲ ਕਰਦੇ ਨੇ ਕਿ ਜਿਹਦੇ ਨਾਲ ਗੌਰਮੈਂਟ ਇਹ ਸਮਝਦੀ ਆ ਕਿ ਇਹਨਾਂ ਨੂੰ ਕਿਸਾਨਾਂ ਦਾ ਜਿਹੜੇ ਹੈਗੇ ਨੇ ਇੱਕ ਪਾਰਟੀਆਂ ਦਾ ਅੰਦੋਲਨ ਬਣ ਗਿਆ। जी ਇਹਨਾਂ ਪਾਰਟੀਆਂ ਨੂੰ ਪਿੱਛੇ ਹਟ ਜਾਣਾ ਚਾਹੀਦਾ ਆਪਣੇ ਆਪ ਹੀ। ਜਦੋਂ ਕਿਸਾਨ ਗੱਲ ਕਰਦੇ ਹੋਣ, ਤੁਸੀਂ ਦੇਖੋ ਜਦੋਂ ਕਿਸਾਨਾਂ ਦੀ ਗੱਲ ਹੋ ਰਹੀ ਹੁੰਦੀ ਹੈ ਨਾ, ਤਾਂ ਇੱਕ ਦਿਨ ਪਹਿਲੇ ਕਾਂਗਰਸ ਵੱਲੋਂ ਬਿਆਨ ਆ ਜਾਂਦੇ ਨੇ, ਇੱਕ ਦਿਨ ਪਹਿਲੇ ਬਿਆਨ ਆ ਜਾਂਦੇ ਨੇ, ਨਹੀਂ ਫਲਾਣਾ ਹੋ ਰਿਹਾ, ਢਿੰਗੜਾ ਜੇ ਆ ਉਹ ਫਲਾਣਾ। ਕੱਲ੍ਹ ਗੱਲਬਾਤ ਹੋਣੀ ਹੈ, ਕੱਲ੍ਹ ਦੇ ਰੌਲ ਦੇ ਉਹ ਦੇਖ ਲਓ, जी ਬਿਆਨ ਚੈੱਕ ਕਰ ਲਓ। ਮੈਂ ਇਹ ਕਹਿਣਾ ਚਾਹੁੰਦਾ ਭਾਈ, ਤੁਸੀਂ ਇਹਨਾਂ ਕਿਸਾਨਾਂ ਦੇ ਉੱਤੇ ਆਪਣੀ ਰਾਜਨੀਤੀ ਨਾ ਕਰੋ, ਨਾ ਕਰੋ। ਕਿਸਾਨਾਂ ਦਾ ਹੱਕ ਆ, ਉਹਨਾਂ ਨੂੰ ਆਪਣੇ ਆਪ ਮੰਗਣ ਦਿਓ। जी ਤੁਸੀਂ ਐਵੇਂ ਆਪਣੀਆਂ ਰੋਟੀਆਂ ਨਾ ਸੇਕੋ ਕੋਈ ਵੀ, जी ਕਿਉਂਕਿ ਕਿਸਾਨ ਉਦੋਂ ਤੱਕ ਕਾਮਯਾਬ ਨੇ ਜਦੋਂ ਕਿਸਾਨ ਬਣ ਕੇ ਰਹਿਣਗੇ। ਇਹ ਗੌਰਮੈਂਟ ਨੂੰ ਗੱਲ ਪਤਾ ਲੱਗ ਚੁੱਕੀ ਹੈ ਵੀ ਕਿਸਾਨ ਹੀ ਹੈਗੇ ਨੇ, ਕਿਉਂਕਿ ਕਿਸੇ ਨੇਤਾ ਨੂੰ ਨਹੀਂ ਬਣਨ ਦਿੱਤਾ ਜਾਂਦਾ। ਇੱਥੋਂ ਆਪਣੇ ਆਪ ਨੇਤਾ ਜਾ ਕੇ ਉੱਥੇ ਚੌਧਰੀ ਜਗਾਉਣ ਦੀ ਕੋਸ਼ਿਸ਼ ਕਰਦੇ ਨੇ, ਹੱਥ ਜੋੜਦੇ ਨੇ ਭਾਈ ਸਾਨੂੰ ਨਹੀਂ ਚਾਹੀਦਾ। ਹੁਣ ਆਖਦੇ ਜੀ ਕੱਲ੍ਹ ਜੋ ਅੰਦੋਲਨ ਚੱਲ ਰਿਹਾ ਉੱਥੇ ਜਗਤਾਰ ਸਿੰਘ ਹਵਾਰਾ ਦੇ ਲੱਗੇ ਹੋਏ ਨੇ, ਹਾਂਜੀ, ਉੱਥੇ ਖਾਲਸਾ ਦੀ ਫੰਡਿੰਗ ਹੋ ਰਹੀ ਹੈ, ਕਈਆਂ ਨੂੰ ਸੰਮਨ ਦਿੱਤੇ ਜਾ ਚੁੱਕੇ ਨੇ। ਇਹ ਮੈਂ ਕਹਿੰਦਾ ਸੈਂਟਰ ਗੌਰਮੈਂਟ ਦੀ ਬਿਲਕੁਲ ਗਲਤ ਗੱਲ ਹੈ। ਇਹ ਐਸਾ ਨਹੀਂ ਹੋਣਾ ਚਾਹੀਦਾ। जी ਪੰਜਾਬ ਦੇ ਕਿਸਾਨ ਕੋਲ ਜਾਂ ਜਿਹੜੇ ਕਿਸਾਨ ਆਏ ਬੈਠੇ ਨੇ, ਇਹ ਨਹੀਂ ਵੀ ਛੋਟੇ ਮੋਟੇ ਕਿਸਾਨ ਉਹ ਆਏ ਬੈਠੇ ਨੇ ਨਾਲ, ਅਤੇ ਇਹਨਾਂ 'ਚੋਂ ਬੜੇ ਧਨਾੜ ਕਿਸਾਨ ਵੀ ਨੇ
ਜਿਹੜੇ ਲੱਖਾਂ ਰੁਪਏ ਇਸ ਜੂਝ ਵੀ ਕਰ ਰਹੇ ਨੇ। ਉਹਨਾਂ ਨੂੰ ਪਤਾ ਕਿ ਅੱਜ ਜੇ ਕਾਨੂੰਨ ਸਾਡੇ ਲਾਗੂ ਹੋ ਗਿਆ ਤਾਂ ਅਸੀਂ ਇੱਥੇ ਕਾਹੇ ਜੋਗੇ ਨਹੀਂ ਹੈਗੇ। ਉਹ ਆਪਣੇ ਆਪ ਨੂੰ ਬਚਾਉਣਾ ਚਾਹ ਰਹੇ ਨੇ ਅਤੇ ਗੌਰਮੈਂਟ ਨੂੰ ਚਾਹੀਦਾ ਉਹਨਾਂ ਦੀ ਗੱਲ ਸੁਣੇ। ਜੋ ਦੁਬਾਰਾ ਰਿਪੀਟ ਕਰਕੇ ਇਹਨੂੰ ਕਾਨੂੰਨ ਨੂੰ ਦੀ ਗੱਲ ਕਰ ਰਹੇ ਨੇ ਅਤੇ ਉਹਨਾਂ ਨੂੰ ਦੁਬਾਰਾ ਬੈਠ ਕੇ ਉਹਨਾਂ ਨਾਲ ਸਲਾਹ ਕਰਕੇ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਕਿ ਮੰਡੀਆਂ ਖਤਮ ਨਾ ਹੋ ਜਾਣ। ਠੀਕ ਹੈ ਜੀ। MSP ਜਿਹੜੀ ਉਹ ਉਹਨਾਂ ਨੂੰ ਪੂਰੀ ਮਿਲਣੀ ਚਾਹੀਦੀ ਹੈਗੀ ਆ। ਕੋਈ ਆ ਕੇ ਕਾਨੂੰਨ ਦਾ ਅਧਿਕਾਰ ਇਹਨਾਂ ਨੂੰ ਮਿਲਣਾ ਚਾਹੀਦਾ ਕਿ SDM ਤੱਕ ਨਹੀਂ ਰਹਿਣਾ ਚਾਹੀਦਾ, ਕੋਰਟ ਦੇ ਮਿਲਣੇ ਚਾਹੀਦੇ ਨੇ। ਤੁਸੀਂ ਪਰਾਲੀ ਦਾ ਕਹਿ ਦਿੱਤਾ, ਬਿਜਲੀ ਦੇ ਬਿੱਲਾਂ ਦਾ ਕਹਿ ਦਿੱਤਾ, ਠੀਕ ਹੈ, ਬਾਕੀਆਂ ਨੂੰ ਤਾਂ ਮੰਨੋ ਨਾ। ਤੁਸੀਂ ਉਹ ਕੋਈ ਰਿਟਨ 'ਚ ਗੱਲ ਕਰਕੇ ਰਾਜੀ ਕੋਈ ਨਹੀਂ। ਫਿਰ ਅਸੀਂ ਆਖਦੇ ਹਾਂ ਬਾਕੀ ਸਟੇਟਾਂ ਦੇ ਵਿੱਚ ਸਾਡਾ ਬਿਲਕੁਲ ਲਾਗੂ ਹੋਇਆ ਪਿਆ ਹੈਗਾ। ਦੇਖੋ ਜਿੱਥੇ ਤੇ BJP ਸਰਕਾਰਾਂ ਨੇ ਉੱਥੋਂ ਕਿਸਾਨ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ। UP 'ਚੋਂ ਬਾਹਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਦਿੱਲੀ ਸੇ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਿਰਸਾ ਜੀ ਔਰ ਕਾਲਕਾ ਜੀ ਗਏ, ਪੂਰੀ ਟੀਮ ਗਈ। ਬਾਜਪੁਰ ਤੁਸੀਂ ਦੇਖਿਆ, ਸਹਾਰਨਪੁਰ ਦੇਖਿਆ ਸਾਰਾ। ਉਹਨਾਂ ਨੂੰ ਉੱਥੋਂ ਲੈ ਕੇ ਵੀ ਸ਼ਾਂਤਮਈ ਤਰੀਕੇ ਨਾਲ ਕਰਨਾ ਚਾਹੁੰਦੇ, ਤੁਸੀਂ ਉਹਨਾਂ ਦੇ ਗੱਲ ਨਾਲ ਕਰੋ ਤਾਂ ਗੋਲੇ ਵਰਸਾਏ ਗਏ। ਮੇਰਾ ਕਹਿਣ ਦਾ ਭਾਵ ਹੈਗਾ ਕਿ ਜ਼ਬਰ ਚੱਲ ਰਿਹਾ ਹਰ ਜਗ੍ਹਾ 'ਤੇ, ਕਿਸਾਨ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾ ਰਿਹਾ। ਲੇਕਿਨ ਹੁਣ ਜਿਹੜਾ ਕਿਸਾਨ ਆ ਕੇ ਬੈਠ ਗਿਆ, ਇਹਨਾਂ ਕਿਸਾਨਾਂ ਨੂੰ ਰੋਕਣਾ ਬਹੁਤ ਔਖਾ ਹੈ। ਅਤੇ ਇਹ ਹੋਣੀ ਚਾਹੀਦੀ ਹੈ ਕਿ ਅੱਜ ਪੰਜਾਬ ਦੇ ਵਿੱਚ ਪਿਓ, ਦਾਦੇ, ਭਰਾ, ਮਾਵਾਂ, ਭੈਣਾਂ ਇੱਥੇ ਬੈਠੀਆਂ ਨੇ ਅਤੇ ਉਹਨਾਂ ਦੇ ਪੁੱਤ, ਹਸਬੈਂਡ ਦਾ ਪੋਤੇ ਸਰਹੱਦਾਂ ਦੇ ਉੱਤੇ ਆਪਣੀ ਕੁਰਬਾਨੀਆਂ ਦੇ ਰਹੇ ਨੇ। ਅਸੀਂ ਉਹ ਆਤੰਕਵਾਦੀ ਹਾਂ ਜਿਹੜੇ ਦੇਸ਼ ਨੂੰ ਬਚਾ ਰਹੇ ਹਾਂ, ਦੇਸ਼ ਨੂੰ ਬਰਬਾਦ ਨਹੀਂ ਕਰ ਰਹੇ। ਉਹ ਆਤੰਕਵਾਦੀ ਅਸੀਂ ਹੋ ਸਕਦੇ ਹਾਂ ਜਿਨ੍ਹਾਂ ਨੇ ਬਾਹਰਲੇ ਦੇਸ਼ਾਂ ਨੂੰ ਠੱਲ ਪਾ ਰੱਖਿਆ ਅਤੇ ਆਪਣੀਆਂ ਕੁਰਬਾਨੀਆਂ ਦੇ ਕਰਕੇ ਨਾ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਰੱਖਿਆ। ਉਹ ਆਤੰਕਵਾਦੀ ਹਾਂ ਅਸੀਂ। ਆਪਣੇ ਆਪ ਨੂੰ ਇੱਥੇ ਆਤੰਕਵਾਦ ਨਾ ਖਵਾਓ। ਬਾਕੀ ਤੁਸੀਂ ਸਕੂਲਾਂ ਦੀ ਗੱਲ ਕੀਤੀ ਜੀ। ਮਹਾਰਾਜ 10ਵੇਂ ਪਾਤਸ਼ਾਹ ਜਿਨ੍ਹਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ 1699 ਈਸਵੀ ਦੇ ਵਿੱਚ, ਔਰ ਆਪਣੇ ਚਾਰੇ ਲਾਲ ਵੀ ਦੇਸ਼ ਤੋਂ, ਕੌਮ ਧਰਮ ਤੋਂ ਵਾਰ ਦਿੱਤੇ, ਮਾਤਾ ਵੀ ਵਾਰ ਦਿੱਤੇ, ਪਿਤਾ ਵੀ ਵਾਰ ਦਿੱਤੇ ਦੇਸ਼ ਕੌਮ ਧਰਮ ਤੋਂ। ਇਹ ਸਿਰਫ ਸਿੱਖਾਂ ਦੇ ਗੁਰੂ ਨਹੀਂ ਹੈਗੇ, ਇਹ ਪੂਰੇ ਸੰਸਾਰ ਦੇ ਗੁਰੂ ਨੇ। ਕਿਉਂਕਿ ਇਹਨਾਂ ਨੇ ਕੁਰਬਾਨੀਆਂ ਕੀਤੀਆਂ, ਜਾਬਰ ਨੂੰ ਮਾਰਿਆ, ਜ਼ੁਲਮ ਕਰਨ ਵਾਲੇ ਨੂੰ ਮਾਰਿਆ, ਮਜ਼ਲੂਮ ਦੀ ਰੱਖਿਆ ਕੀਤੀ ਹੈ। ਅਤੇ ਇਸ ਕਰਕੇ ਇਹ ਜਗਤ ਗੁਰੂ ਨੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ। ਅਤੇ ਉਹਨਾਂ ਦਾ ਪ੍ਰਕਾਸ਼ ਪੁਰਬ ਕੱਲ੍ਹ ਆ ਰਿਹਾ। ਮੈਂ ਸਾਰੀਆਂ ਸੰਗਤਾਂ ਨੂੰ, ਸਮੁੱਚੇ ਦੇਸ਼ ਵਾਸੀਆਂ ਨੂੰ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਵੀ ਦਿੰਦੇ ਹਾਂ। ਔਰ ਇਹ ਗੁਰਪੁਰਬ ਜਿਹੜਾ ਹੈਗਾ ਗੁਰੂ ਸਾਹਿਬਾਨ ਦਾ ਪੂਰੇ ਵਰਲਡ ਦੇ ਵਿੱਚ ਹੀ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ। ਦਿੱਲੀ ਦੇ ਪੂਰੇ ਇਤਿਹਾਸਕ ਗੁਰਦੁਆਰਿਆਂ 'ਚ ਮਨਾਇਆ ਜਾ ਰਿਹਾ। ਕੱਲ੍ਹ ਲੱਖੀ ਸ਼ਾਹ ਬੰਜਾਰਾ ਹਾਲ ਦੇ ਵਿੱਚ ਵੀ ਕੱਲ੍ਹ ਦੀਵਾਨ ਸੱਜਣੇ ਹੈਗੇ ਨੇ। ਸਵੇਰੇ 3 ਵਜੇ ਤੋਂ ਲੈ ਕੇ ਸ਼ਾਮ ਤੱਕ ਕੀਰਤਨ ਦਰਬਾਰ ਸੱਜਣੇ ਨੇ। ਔਰ ਇਹ ਵੀ ਬੜੀ ਵੱਡੀ ਗੱਲ ਹੈ ਕਿ ਜਿਹੜੇ ਸਿੰਘੂ ਬਾਰਡਰ ਹੈ, ਟਿਕਰੀ ਬਾਰਡਰ ਹੈ, ਗਾਜ਼ੀਪੁਰ ਹੈਗਾ, ਉੱਥੇ ਵੀ ਕੀਰਤਨ ਦਰਬਾਰ ਸਜਾਏ ਜਾ ਰਹੇ ਨੇ। ਔਰ ਦਿੱਲੀ ਸੀ ਗੁਰਦਾ ਪ੍ਰਬੰਧਕ ਕਮੇਟੀ ਉੱਥੇ ਪੂਰੀ ਵਿਵਸਥਾ ਕਰਕੇ ਦੇ ਰਹੀ ਹੈ। ਟੈਂਟ ਦੀ ਵਿਵਸਥਾ, ਰਾਗੀ ਸਿੰਘਾਂ ਦੀ ਵਿਵਸਥਾ, ਲੰਗਰ ਪਾਣੀ ਦੀ ਵਿਵਸਥਾ। ਲੰਗਰ ਤਾਂ ਚੱਲ ਹੀ ਰਹੇ ਨੇ ਸਾਡੇ ਸਾਰਿਆਂ ਪਾਸੇ ਹੀ, ਟੈਂਟ ਵੀ ਲਗਾ ਰੱਖੇ ਨੇ ਰਿਹਾਇਸ਼ ਵਾਸਤੇ, ਕਿਸਾਨਾਂ ਵਾਸਤੇ। ਅਤੇ ਇਹ ਉਹਨਾਂ ਦੇ ਡਿਮਾਂਡ ਦੇ ਉੱਤੇ ਦਿੱਲੀ ਸਿੱਖ ਗੁਰਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਜਨਰਲ ਸਕੱਤਰ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ, ਸਾਡੀ ਸਮੁੱਚੀ ਟੀਮ ਜਿਹੜੀ ਅਸੀਂ ਮੈਂਬਰ ਸਾਹਿਬਾਨ ਜਿਹੜੇ ਹੈਗੇ ਹਾਂ ਸਾਰੇ ਹੀ ਨਾਲ ਲੱਗ ਕਰਕੇ ਗੁਰੂ ਸਾਹਿਬਾਨ ਦੇ ਅਵਤਾਰ ਪੁਰਬ ਮਨਾ ਰਹੇ ਹਾਂ। ਹੁਣ ਗਣਤੰਤਰ ਦਿਵਸ ਵੀ ਆ ਰਿਹਾ 26 ਜਨਵਰੀ ਦਾ। ਸਾਰੇ ਭਾਰਤ ਵਾਸੀਆਂ ਨੂੰ ਅਸੀਂ ਇਸ ਗੱਲ ਦੀ ਵਧਾਈ ਵੀ ਦਿੰਦੇ ਹਾਂ। ਲੇਕਿਨ ਇਹ ਸੱਚੀ ਵਧਾਈ ਸਾਡੀ ਇਹ ਤਾਂ ਹੀ ਹੋਣੀ ਆ ਜੇ ਕਿਸਾਨਾਂ ਦੀਆਂ ਮੰਗਾਂ ਉਸ ਤੋਂ ਪਹਿਲਾਂ ਮੰਨ ਲਈਆਂ ਜਾਣ ਅਤੇ ਉਹਨਾਂ ਨੂੰ ਸਗੋਂ ਉੱਥੇ ਬੁਲਾ ਕਰਕੇ ਇਹ ਮਾਰਚ ਆਪਣੇ 'ਚ ਨਾਲ ਬਿਠਾਉਣ ਅਤੇ ਦੇਸ਼ ਕੌਮ ਦੀ ਏਕਤਾ ਜਿਹੜੀ ਆ ਉਹ ਸਾਹਮਣੇ ਆਵੇ ਅਤੇ ਇਹ ਅੰਦੋਲਨ ਵੀ ਜਿਹੜਾ ਉਸ ਤੋਂ ਪਹਿਲਾਂ ਖਤਮ ਹੋ ਜਾਵੇ। ਅਸੀਂ ਚੰਗੀ ਸਭ ਤੋਂ ਵਧਾਈ ਜੋ ਹੈ, ਸੱਚੀ ਸੁੱਚੀ ਜੋ ਵਧਾਈ ਹੈ ਉਹ ਇਹੀ ਹੈ ਕਿ ਸਾਡੇ ਆਜ਼ਾਦੀ ਦਾ ਸੰਵਿਧਾਨ ਲਾਗੂ ਹੋਣ ਜਾ ਰਿਹਾ। 26 ਜਨਵਰੀ 1950 ਨੂੰ ਇਹ ਲਾਗੂ ਹੋਇਆ ਸੀ ਅਤੇ ਅੱਜ ਉਹੀ ਅਸੀਂ ਦਿਵਸ ਮਨਾ ਰਹੇ ਹਾਂ। ਉਸੇ ਸੰਵਿਧਾਨ ਦੇ ਵਿੱਚ ਆਪਣੇ ਹੱਕਾਂ ਨੂੰ ਮੰਗਣ ਦੀ ਸਾਨੂੰ ਅਧਿਕਾਰ ਮਿਲੇ ਨੇ। ਅਸੀਂ ਅੱਜ ਆਪਣੇ ਅਧਿਕਾਰਾਂ ਲੈਣ ਵਾਸਤੇ ਅਧਿਕਾਰ ਨੂੰ ਦੇ ਦਿੱਤੇ ਜਾਣ ਅਤੇ ਬੜੇ ਖੁਸ਼ੀ ਪਿਆਰ ਦੇ ਨਾਲ ਜਿਹੜਾ ਸੁਤੰਤਰਤਾ ਦਿਵਸ ਜਿਹੜਾ ਮਨਾਇਆ ਜਾਵੇ। ਅਤੇ ਅਸੀਂ ਤਾਂ ਇਹੋ ਚਾਹੁੰਦੇ ਹਾਂ ਸੱਚੇ ਪਾਤਸ਼ਾਹ ਮਿਹਰ ਕਰਨ, ਬਖਸ਼ਿਸ਼ ਕਰਨ।
ਇਹ ਸਰਕਾਰ ਦੇ ਮਨ 'ਚ ਮਿਹਰ ਪਵੇ ਤੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਇਹ ਕਾਨੂੰਨ ਦੇ ਪ੍ਰਤੀ ਜੋ ਅੱਛਾ ਹੋ ਸਕਦਾ ਖਤਮ ਕਰਨ ਦੀ ਗੱਲ ਚੱਲ ਰਹੀ ਹੈ, ਖਤਮ ਕਰਕੇ ਤੇ ਕਿਸਾਨਾਂ ਨੂੰ ਖੁਸ਼ੀਆਂ ਦੇਣ ਤੇ ਉਹ ਵੀ ਸੁਤੰਤਰ ਹੋ ਕਰਕੇ ਆਪਣੇ ਹੱਕਾਂ ਨੂੰ ਲੈ ਕੇ ਆਪਣੇ ਘਰਾਂ ਵਿੱਚ ਜਾਣ ਤੇ ਆਪਣੇ ਬੱਚਿਆਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਆਪਣਾ ਸੁਤੰਤਰਤਾ ਦਿਵਸ ਮਨਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Please like, subscribe our channel Jan Uday and hit the bell icon.